ਅਜੀਤ ਵੈਬ ਟੀਵੀ ਦੀ ਟੀਮ ਵੱਲੋਂ ਆਪ ਜੀ ਦਾ ਸਵਾਗਤ ਹੈ। ਮੈਂ ਜਸਵੀਰ ਸਿੰਘ ਨੂਰਪੁਰ, ਮੇਰੇ ਨਾਲ ਕੈਮਰਾਮੈਨ ਗੁਰਜਿੰਦਰ ਸਿੰਘ ਗੁਰੂ। ਅੱਜ ਅਸੀਂ ਪਹੁੰਚੇ ਹਾਂ ਬੰਗਾ ਵਿਖੇ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਮੀਟਿੰਗ ਚੱਲ ਰਹੀ ਹੈ, ਜਿਸ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਖਾਸ ਕਰਕੇ ਰਾਮਦੇਵ ਵੱਲੋਂ ਜੋ ਡਾਕਟਰਾਂ ਦੇ ਉੱਤੇ ਟਿੱਪਣੀ ਕੀਤੀ ਜਾ ਰਹੀ ਹੈ, ਉਸ ਦਾ ਡਾਕਟਰਾਂ ਵੱਲੋਂ ਜਵਾਬ ਦਿੱਤਾ ਜਾ ਰਿਹਾ ਹੈ। ਆਓ ਆਪਾਂ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ। ਬਲਾਕ ਪ੍ਰਧਾਨ ਡਾਕਟਰ ਦਵਿੰਦਰ ਕੌਰ ਚੀਮਾ ਅਤੇ ਹੋਰ ਡਾਕਟਰ ਸਾਹਿਬਾਨਾਂ ਦੇ ਨਾਲ ਉਹ ਤੁਹਾਨੂੰ ਦੱਸਣਗੇ ਡਾਕਟਰਾਂ ਦੀਆਂ ਸਮੱਸਿਆਵਾਂ ਬਾਰੇ ਅਤੇ ਸਰਕਾਰ ਤੋਂ ਕੀ ਮੰਗ ਕਰ ਰਹੇ ਨੇ। मैं डॉक्टर दविंदर कौर, प्रेसिडेंट IMA ਬੰਗਾ, अपने सारे कोलीग्स ਤੇ ਪ੍ਰੈਸ ਰਿਪੋਰਟਰ ਸਾਹਿਬਾਨ ਦਾ ਇੱਥੇ ਆਉਣ 'ਤੇ ਜੀ ਆਇਆਂ ਨੂੰ ਕਹਿੰਦੀ ਹਾਂ। ਅਤੇ ਅੱਜ ਦਾ ਜਿਹੜਾ ਦਿਨ ਹੈ 15 ਜੂਨ, ਉਹ IMA ਵੱਲੋਂ ਐਜ਼ ਨੈਸ਼ਨਲ ਡਿਮਾਂਡਸ ਡੇ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਇਸ ਵਿੱਚ ਅਸੀਂ ਆਪਣੇ ਕੁਝ ਜਿਹੜੀ ਕਿ ਰਿਕੁਆਇਰਮੈਂਟਸ हैं, ਜਿਹੜੇ ਕਿ ਕੁਝ ਆਪਣੇ ਮੁੱਦੇ हैं, ਉਹ ਥਰੂ ਪ੍ਰੈਸ ਟੂ ਦ ਗਵਰਨਮੈਂਟ ਐਂਡ ਟੂ ਦ ਪਬਲਿਕ ਪਹੁੰਚਾਉਣਾ ਚਾਹੁੰਦੇ ਹਾਂ, ਜਿਹੜੇ ਕਿ ਅਸੀਂ ਇਸ ਪੈਂਡੈਮਿਕ ਦੇ ਦੌਰਾਨ ਫੇਸ ਕਰ ਰਹੇ ਹਾਂ। ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਸਾਰੀ ਦੁਨੀਆ ਕੋਰੋਨਾ ਦੀ ਲਹਿਰ ਨਾਲ ਜੂਝ ਰਹੀ ਹੈ ਔਰ ਇਸ ਵੇਲੇ ਬਹੁਤ ਹੀ ਲੋਕਾਂ ਨੇ ਜਾਨ ਗਵਾਈ ਹੈ, ਕਿਉਂਕਿ ਇਹ ਨਵੀਂ ਬਿਮਾਰੀ ਸੀ, ਭਿਆਨਕ ਬਿਮਾਰੀ ਸੀ। ਇਹਦੇ ਬਾਰੇ ਬਹੁਤ ਜ਼ਿਆਦਾ ਨਾ ਸਾਇੰਟੀਫਿਕ ਨੌਲੇਜ ਸੀ ਅਤੇ ਨਾ ਹੀ ਡਾਕਟਰਸ ਟ੍ਰੇਨਡ ਸੀ। ਬਟ ਸਟਿਲ ਜਿੱਦਾਂ ICMR ਦੀ ਗਾਈਡਲਾਈਨਸ ਆਈਆਂ, ਹੈਲਥ ਮਿਨਿਸਟਰੀ ਦੀ ਗਾਈਡਲਾਈਨਸ ਆਈਆਂ, ਡਾਕਟਰਸ ਨੇ ਉਹਦੇ ਐਜ਼ ਫਰੰਟ ਲਾਈਨ ਵਰਕਰਸ ਐਂਡ ਹੈਲਥ ਵਰਕਰਸ ਨੇ ਬਹੁਤ ਮਿਹਨਤ ਕੀਤੀ ਔਰ ਜਿੰਨੀ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰਕੇ, ਮਿਹਨਤ ਕਰਕੇ ਲੋਕਾਂ ਦੀ ਜਾਨ ਬਚਾਈ। ਔਰ ਇਸ ਦੇ ਦੌਰਾਨ ਉਹਨਾਂ ਨੇ ਖੁਦ ਵੀ ਆਪਣੀ ਜਾਨਾਂ ਗਵਾਈਆਂ ਔਰ ਮੈਂ ਕਹਿੰਦੀ ਹਾਂ ਸੈਕਿੰਡ ਵੇਵ 'ਚ ਹੀ more than 700 doctors lost their lives or I will pay my homage to them because they are martyrs। ਅਸੀਂ ਉਹਨਾਂ ਨੂੰ ਅੱਜ ਸ਼ਰਧਾਂਜਲੀ ਭੇਂਟ ਕਰਦੇ ਹਾਂ ਕਿ ਉਹਨਾਂ ਨੇ ਇੰਨੀ ਮਿਹਨਤ ਕੀਤੀ ਔਰ ਆਪਣੀ ਜਾਨਾਂ ਵੀ ਗਵਾ ਦਿੱਤੀਆਂ। ਪਰ ਕੀ ਹੋਇਆ? ਇੰਨੀ ਮਿਹਨਤ ਕੀਤੀ ਡਾਕਟਰਸ ਨੇ, ਦਿਨ ਰਾਤ ICU 'ਚ ਰਹੇ, ਵੈਂਟੀਲੇਟਰਸ ਨਾਲ ਪੇਸ਼ੈਂਟ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਨੇੜੇ ਤੋਂ ਨੇੜੇ ਜਾ ਕੇ ਉਹਨਾਂ ਨੂੰ ਸਾਹ ਦਿੱਤੇ। ਠੀਕ ਹੈ, ਬਿਮਾਰੀ ਗੰਭੀਰ ਸੀ, ਬੜੀ ਦੁਨੀਆ ਨਹੀਂ ਬਚਾ ਸਕੇ, ਪਰ ਆਪਣੀ ਜਾਨਾਂ ਵੀ ਗਵਾਈਆਂ। ਫਿਰ ਵੀ ਉਹਨਾਂ ਨੂੰ ਇਸ ਵੇਲੇ ਬਹੁਤ ਹੀ ਦੁੱਖਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸਾਡੀ ਐਲੋਪੈਥੀ ਨੂੰ ਇੱਕ ਰਾਮਦੇਵ ਜੀ ਨੂੰ ਕਹਿ ਲਓ ਕਿ ਕੀ ਹੈ, ਹੀ ਇਜ਼ ਜਸਟ ਅ ਯੋਗਾ ਇੰਸਟਰਕਟਰ। ਉਹਨੇ ਇੱਕ ਦਿਵਾਲੀਆ ਸਾਇੰਸ, ਸਟੂਪਿਡ ਸਾਇੰਸ ਦਾ ਦਰਜਾ ਦੇ ਦਿੱਤਾ। ਉਹਨਾਂ ਨੇ ਕਿਹਾ ਵੀ ਇੰਨੇ ਲੋਕ ਆਕਸੀਜਨ ਦੀ ਕਮੀ ਨਾਲ ਨਹੀਂ ਮਰੇ ਜਿੰਨੇ ਕਿ ਐਲੋਪੈਥਿਕ ਟ੍ਰੀਟਮੈਂਟ ਨਾਲ ਮਰ ਗਏ। ਪਰ ਕੀ ਇਹ ਗੱਲ, ਕਿੰਨੀ ਸੱਚਾਈ ਹੈ ਇਸ ਗੱਲ 'ਚ? ਕੀ ਬਾਬਾ ਰਾਮਦੇਵ ਖੁਦ ਵੈਂਟੀਲੇਟਰ ਚਲਾ ਕੇ ਲੋਕਾਂ ਨੂੰ ਬਚਾ ਸਕਦੇ हैं? ਜੋ ਐਲੋਪੈਥਿਕ ਡਾਕਟਰਸ ਨੇ ਦਿਨ ਰਾਤ ਮਿਹਨਤ ਕਰਕੇ ਲੱਗੇ ਰਹੇ ਔਰ ਬਾਬਾ ਰਾਮਦੇਵ ਨੇ ਸਿਰਫ ਇੱਕ ਆਪਣੀ ਮੈਡੀਸਨ ਇਮਿਊਨਿਟੀ ਬੂਸਟਰ ਕੱਢ ਕੇ ਵੇਚਣ ਵਾਸਤੇ ਕੋਰੋਨਲ, ਐਂਡ ਉਹਨੇ ਇੰਨਾ ਡੀਮੋਰਲਾਈਜ਼ ਕੀਤਾ ਡਾਕਟਰਸ ਨੂੰ, ਡਾਕਟਰਸ ਦੀ ਮੌਕਰੀ ਉਡਾਈ। ਇੱਥੇ ਤੱਕ ਕਿ ਜਦੋਂ ਕੋਈ ਉਹਨੇ ਵੀਡੀਓਜ਼ ਕੱਢੀਆਂ ਡਾਕਟਰਸ ਦੇ ਟਰ ਇੱਦਾਂ ਦੇ ਵਾਹਿਯਾਤ ਵਰਡ ਯੂਜ਼ ਕੀਤੇ, ਜਿਹੜੇ ਕਿ ਬਹੁਤ ਦੁੱਖ ਨਾਲ ਅਸੀਂ ਲੈਂਦੇ ਹਾਂ ਔਰ ਇਹ ਚੀਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੈਨੂੰ ਨਹੀਂ ਸਮਝ ਆਈ ਵੀ ਅੱਜ ਤੱਕ ਉਹਨਾਂ ਅਗੇਂਸਟ ਕਿਉਂ ਨਹੀਂ ਕੋਈ ਵੀ ਐਕਸ਼ਨ ਲਈ ਗਈ। ਉਹ ਤਾਂ ਬੜੇ ਕਮਾਂਡ ਨਾਲ ਕਹਿੰਦੇ ਆ ਕਿਸੇ ਦਾ ਬਾਪ ਵੀ ਮੁਝੇ ਗ੍ਰਿਫਤਾਰ ਨਹੀਂ ਕਰ ਸਕਤਾ। ਉਹਨਾਂ ਨੇ ਜਿਹੜੀ ਆਨਰੇਬਲ ਪ੍ਰਾਈਮ ਮਿਨਿਸਟਰ ਦੀ ਚਲਾਈ ਹੋਈ ਸਾਡੀ ਮੁਹਿੰਮ ਹੈ ਵੈਕਸੀਨ ਦੀ, ਉਹਦੇ ਅਗੇਂਸਟ ਵੀ ਬੋਲਿਆ। ਕਹਿੰਦੇ ਜੀ ਡਾਕਟਰ ਦੋ ਵੈਕਸੀਨ ਲਗਵਾ ਕੇ ਵੀ ਮਰ ਗਏ। ਕੀ ਉਹਨਾਂ ਦਾ ਸ਼ੌਕ ਨੂੰ ਮਰੇ ਹੈ? ਦੇ ਵਰ ਵਰਕਿੰਗ ਫॉर ਪੀਪਲ। ਉਹ ਬਾਬਾ ਜੀ ਨੂੰ ਇੱਕ ਦਿਨ 2-4 ਦਿਨ ਉਸੇ ਚੋਗੇ 'ਚ ਜਾ ਕੇ ਡਿਊਟੀ ਕਰਨ ਜ਼ਰਾ ਵੈਂਟੀਲੇਟਰਸ ਦੇ ਤੇ ICU 'ਚ, ਫਿਰ ਪਤਾ ਲੱਗੇ ਵੀ ਵਟ ਇਜ਼ ਕੋਵਿਡ। ਹੀ ਡਜ਼ ਨਾਟ ਨੋ ਕੋਵਿਡ ਕਿਆ ਹੈ। ਔਰ
सिर्फ अपना बिजनेस चलाना आता है बाबा जी ਨੂੰ। चलो मैं तो इन्ना ही कह के इत्थे शांत हुन्नी हाँ ते बाकी अगे डॉक्टर साहब ਨੂੰ पास ऑन करदी हां टू हिज पॉइंट्स। बहुत ही सत्कारयोग डॉक्टर दविंदर कौर चीमा जी ते प्रेस तो पहुंचे साडे वीर। पिछले दिनी बाबा रामदेव जी वालों एलोपैथी के खिलाफ जो शब्द स्टूपिडी एंड दिवालिया साइंस कह के इस देश में जोड़ा गुमराह किया। बाबा रामदेव जी को पता होना चाहिए कि इस देश के विच इस संसार के विच 19वीं सदी के शुरू के विच स्मार्ट पॉक्स वर्गियां बीमारियां आईयां। उस तो बाद पोलियो जी, डिप्थीरिया, परटूसस, टैटनस, ये जिहड़ियां बीमारियां सारियां एलोपैथी की मदद के नाल अज स्मार्ट पॉक्स जिहड़ी है जिन्होंने चेचक की बीमारी कहा जाता सी वो इस दुनिया तो अलोप हो चुकी है। ये एलोपैथी करके ही संभव हो सकिया। साडे देश के 19वीं सदी में पहले बॉम्बे के जिहड़ी हैगी आ ये स्मार्ट पॉक्स की जिहड़ी हैगी आ वैक्सीन दित्ती गई सी। अज एलोपैथी की मदद के नाल सानू लगभग 25 साल हो गए इस देश के 0 तो 5 साल के बच्चों को पोलियो बूंदा पिलाउंदे हैं। तो असी इस लैवल पर पहुँचे हाँ कि 2011 के विच इस देश के विच कोई भी पोलियो का केस जिहड़ा रिकॉर्ड नहीं होया अते जिहड़ा भारत पोलियो फ्री देश जिहड़ा है वो गिणिया गया। डिप्थीरिया वर्गियां बीमारियां जिहड़ियां गड़ घोटू दी बीमारियां सीगियां जां मम्प्स सीगियां जां औरतां दे विच बांझपन हुंदा सीगा, ये सारियां जिहड़ियां बीमारियां दा खात्मा जिहड़ा हैगा वो वैक्सीन के जरिए होया। इस तरह कोरोना जिहड़ी वैक्सीन आ वो देश के विच संसार के विच लॉन्च हुई। जिस तरह असी इन्हां बीमारियां का जिहड़ा खात्मा किया उस तरह ये जिहड़ी बीमारी है कोरोना वर्गी जिहड़ी हैगी आ भयानक बीमारी आ इसनूं भी असी इस जड़ तो जिहड़ा उखाड़ के ही इस वैक्सीन के राही जो वैक्सीन अज देश के विच हो रही है वो जरिए असी ये बीमारी नूं जड़ तो पुट के सुटांगे। सो बाबा रामदेव जी ने एलोपैथी के खिलाफ जो शब्द स्टूपिडी एंड दिवालिया साइंस की वरतों की है असी इन्हां शब्दों की घोर निंदा करते हैं अते असी एलोपैथी के डॉक्टर इस देश के इंडियन सिस्टम ऑफ मेडिसन उहदे विच आयुर्वेदा यूनानी आ जां कोई सिंध की पैथी आ असी सारिया पैथियां का सत्कार करते हैं क्योंकि सारी जिहड़ी हैगी पैथी आ उन्हां दा आपो अपना जिहड़ा है बीमारी के प्रति रोल हुंदा। सो असी बाबा रामदेव जी नूं ये खुला चैलेंज करते हैं कि अगर तेरे विच इस तरह की हिम्मत सी तां तू कोरोना के समय देश के लोगों को लुट्टण तो अलावा कुछ नहीं दिता। तुसी अपना एक देश के विच जिहड़ा व्यापार नूं बढ़ाउण दी खातर इस देश की जिहड़ी हैगी आ जिहड़ी सेहत व्यवस्था नूं उस कोरोना वैक्सीन के खिलाफ तुसी जो अपना प्रचार कूड़ प्रचार किया असी इंडियन मैडिकल एसोसीएशन वालों घोर निंदा करते हैं। मैडम पहला तो तुसी दसो तुहाड़ियां डिमांड की हैगियां सरकार तो तुसी की मंगना चाहुंदे हो? साडी डिमांड्स हैं कि डॉक्टर्स की प्रोटेक्शन मेन डॉक्टर्स अपनी मेहनत करते हैं अपना डेडिकेटेडली काम करते हैं पेशेंट्स को बचाने लई। तो हम अगर कोई पेशेंट ही सीरियस कंडीशन चाहता है या कोई नहीं बचा पाते डॉक्टर्स ठीक है मेहनत करते हैं बट रब तो वो भी ने डेथ्स तो होनी ही ने जो डिजीज़ ज़्यादा खतरनाक है तो कोई भी डेथ हो सकती है। उस कंडीशन जो डॉक्टर्स की कुटमार होंगी है तो उत्थे डॉक्टर बेचारा किद्दां बचाए अपने आप को। ये असी डॉक्टर्स वास्ते सुरक्षा जी है मेन वो असी गवर्नमेंट को मंगते हैं। साडा मेन मुद्दा तो प्रोटेक्शन है। ਇਹਦਾ ਜਿਹੜਾ ਮੰਗ ਪੱਤਰ ਆ ਤੁਸੀਂ ਕਿਹਨੂੰ ਭੇਜਿਆ ਜਾਂ ਆਪਣੀ ਡਿਮਾਂਡਸ ਕਿਹਨੂੰ ਭੇਜੀਆਂ ਹੁਣ ਤੱਕ ਜਾਂ ਭੇਜਣੀਆਂ ਜੇ ਉਹ ਨਹੀਂ ਪੂਰੀਆਂ ਹੁੰਦੀਆਂ ਤਾਂ ਨੈਕਸਟ ਕੀ ਆ ਤੁਹਾਡਾ?
ਅਸੀਂ ਜਗ੍ਹਾ ਜਗ੍ਹਾ ਡਿਮਾਂਡਸ ਤਾਂ ਮੀਨਸ ਕਿ ਪੇਸ਼ ਕੀਤੀਆਂ ਨੇ ਟੂ ਦਾ ਹਾਇਰ ਅਥਾਰਟੀਜ਼, ਜਿੱਦਾਂ ਐਸਡੀਐਮ ਹੋ ਗਏ, ਡਿਪਟੀ ਕਮਿਸ਼ਨਰਸ ਆਲ ਓਵਰ। ਬਟ ਹੁਣ ਜਿਹੜਾ ਅਸੀਂ 18th ਨੂੰ ਨੈਸ਼ਨਲ ਪ੍ਰੋਟੈਸਟ ਡੇ ਮਨਾ ਰਹੇ ਹਾਂ, ਉਹਦੇ 'ਚ ਅਸੀਂ ਟੂ ਦਾ ਆਨਰੇਬਲ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਅਸੀਂ ਆਪਣੀ ਡਿਮਾਂਡਸ ਭੇਜ। ਉਹਦੇ ਵਿੱਚ ਕੀ ਡਿਮਾਂਡ ਰੱਖੋਗੇ? ਸਿਰਫ ਡਾਕਟਰ ਲਈ ਡਿਮਾਂਡ ਰੱਖੋਗੇ ਕਿ ਜਾਂ ਡਾਕਟਰ ਦੇ ਹਸਪੀਟਲ ਦੇ ਲਈ ਵੀ ਕੋਈ ਡਿਮਾਂਡ ਰੱਖੋਗੇ? ਇਹਦੇ ਵਿੱਚ ਜਿਹੜਾ ਮੇਨ ਹੈਲਥ ਕੇਅਰ ਪ੍ਰੋਫੈਸ਼ਨਲ ਦੀ ਜਿਹੜੀ ਪ੍ਰੋਟੈਕਸ਼ਨ ਆ, ਉਹਦੇ ਵਾਸਤੇ ਜਿਹੜਾ ਹੈਗਾ ਇੰਡੀਅਨ ਪੀਨਲ ਕੋਡ ਜਿਹੜਾ ਹੈ ਉਹ ਸਰਕਾਰ ਨੂੰ ਬਣਾਉਣਾ ਚਾਹੀਦਾ ਹੈ। ਅਤੇ ਇਹ ਜਿਹੜੇ ਆ ਇਹਨਾਂ ਦੇ ਵਿਰੁੱਧ ਜਿਹੜਾ ਕ੍ਰਿਮੀਨਲ ਕੇਸ ਜਿਹੜੇ ਹੈਗੇ ਆ ਉਹ ਫਾਈਲ ਹੋਣੇ ਚਾਹੀਦੇ ਨੇ। ਨੰਬਰ 2 ਜਿਹੜੀ ਹੈ ਹਰੇਕ ਹਸਪੀਟਲ ਦੀ ਜਿਹੜੀ ਹੈਗੀ ਆ ਸਿਕਿਉਰਿਟੀ ਆ, ਉਹਨੂੰ ਜਿਹੜਾ ਵਧਾਉਣਾ ਪਵੇਗਾ ਸਰਕਾਰ ਨੂੰ। ਨੰਬਰ 3 ਹਸਪੀਟਲ ਸ਼ੁੱਡ ਬੀ ਡਿਕਲੇਅਰ ਪ੍ਰੋਟੈਕਟਡ ਜ਼ੋਨ। ਉਹਨਾਂ ਦੇ ਵਿੱਚ ਕੀ ਆ ਕਿ ਇਸ ਦੇਸ਼ ਦੇ ਸਾਰੇ ਜਿਹੜੇ ਹਸਪਤਾਲ ਆ ਉਹਨਾਂ ਦੀ ਸੁਰੱਖਿਆ ਨੂੰ ਜਿਹੜਾ ਹੈ ਉਹ ਪ੍ਰੋਟੈਕਟਡ ਜ਼ੋਨ ਦੇ ਵਿੱਚ ਸਰਕਾਰ ਕਿਸ ਤਰ੍ਹਾਂ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਦੀ ਹੈ, ਉਹ ਹੋਣਾ ਚਾਹੀਦਾ। ਨੰਬਰ 4 ਤੇ ਜਿਹੜੇ ਹੈਗੇ ਆ ਹਸਪਤਾਲਾਂ ਦੇ ਉੱਤੇ, ਹਸਪਤਾਲ ਪ੍ਰੋਫੈਸ਼ਨਲ ਦੇ ਉੱਪਰ ਜਿਹੜੇ ਹੈਗੇ ਆ ਕੋਈ ਅਤਿਆਚਾਰ ਕਰਦਾ, ਉਹਨਾਂ ਦਾ ਜਿਹੜਾ ਕੇਸ ਆ ਉਹ ਫਾਸਟ ਟਰੈਕ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਟਰਾਇਲ ਹੋਣਾ ਚਾਹੀਦਾ, ਤਾਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਪਨਿਸ਼ਮੈਂਟ ਮਿਲ ਕੇ ਆਮ ਪਬਲਿਕ ਨੂੰ ਵੀ ਜਿਹੜੇ ਹੈਗੇ ਆਮ ਪਬਲਿਕ ਵੀ ਅਵੇਅਰ ਹੋਵੇ ਕਿ ਹਸਪਤਾਲਾਂ ਦੇ ਉੱਤੇ ਜਿਹੜੇ ਹੈਗੇ ਆ ਅਟੈਕ ਕਰਦੇ ਨਾਲ ਜਾਂ ਹਮਲੇ ਕਰਨ ਦੇ ਨਾਲ ਇਹ ਸਜ਼ਾ ਹੋ ਸਕਦੀ। ਆਪਾਂ ਕਿੱਦਾਂ ਇਹਨੂੰ ਸੋਲੂਸ਼ਨ ਕੱਢਾਂਗੇ ਕਿ ਉਸ ਟਾਈਮ ਦੇ ਉੱਤੇ ਉਹ ਪੇਸ਼ੈਂਟ ਗਲਤ ਸੀ ਜਾਂ ਕਿ ਡਾਕਟਰ ਗਲਤ ਸੀ? ਦੇਖੋ ਹੁਣ ਇਹ ਇੱਕ ਜਿਸ ਤਰ੍ਹਾਂ ਕਰੋਨਾ ਦੇ ਵਿੱਚ ਹੀ ਹੈ, ਫਾਰ ਐਗਜ਼ਾਮਪਲ ਕਰੋਨਾ ਕੇਸਿਸ ਦੇ ਵਿੱਚ ਆ, ਜਿਸ ਤਰ੍ਹਾਂ ਪੇਸ਼ੈਂਟ ਬਹੁਤ ਹੀ ਸੀਰੀਅਸ ਕੰਡੀਸ਼ਨ ਦੇ ਵਿੱਚ L1 ਤਾਂ ਹੋਮ ਦੇ ਵਿੱਚ ਹੁੰਦਾ, L2 ਹਸਪੀਟਲ ਦੇ ਵਿੱਚ ਹੁੰਦਾ, L3 ਦੇ ਵਿੱਚ ਜਿਸ ਵੇਲੇ L3 ਦੇ ਵਿੱਚ ਉਹ ਹੁੰਦੇ ਪੇਸ਼ੈਂਟ ਜਿਹੜੇ ਵੈਂਟੀਲੇਟਰ 'ਤੇ ਚਲੇ ਜਾਂਦੇ ਨੇ, ਉਹਨਾਂ ਨੂੰ ਅਸੀਂ L3 ਲੈਵਲ 3 ਪੇਸ਼ੈਂਟ ਬੋਲਦੇ ਆ। ਉਹ ਪੇਸ਼ੈਂਟ ਕ੍ਰਿਟੀਕਲ ਹੁੰਦੇ ਆ, ਉਹਨਾਂ ਨੂੰ ਪੇਸ਼ੈਂਟ ਨੂੰ ਅੱਗੇ ਰੈਫਰ ਕੀਤਾ ਜਾਂਦਾ ਹੈ। ਜਿੱਦਾਂ ਸਾਡੇ ਪੰਜਾਬ ਦੇ ਵਿੱਚ ਪਟਿਆਲਾ ਅਤੇ ਅੰਮ੍ਰਿਤਸਰ ਉੱਤੇ ਉਹਨਾਂ ਨੂੰ ਰੈਫਰ ਕੀਤਾ ਜਾਂਦਾ ਹੈ। ਉਹ ਬਹੁਤ ਹੀ ਨਾਜ਼ੁਕ ਕੰਡੀਸ਼ਨ ਦੇ ਵਿੱਚ ਮਰੀਜ਼ ਹੁੰਦੇ ਆ, ਜਿਸ ਵੇਲੇ ਉਹਨਾਂ ਮਰੀਜ਼ਾਂ ਦੀ ਜਾ ਕੇ ਪਟਿਆਲੇ ਜਾਂ ਅੰਮ੍ਰਿਤਸਰ ਮੌਤ ਹੋ ਜਾਂਦੀ ਹੈ। ਉੱਥੇ ਵੀ ਜਿਹੜੇ ਹੈਗੇ ਆ ਪੇਸ਼ੈਂਟ ਦੇ ਜਿਹੜੇ ਹੈ ਰੈਲੇਟਿਵ ਆ, ਉਹ ਜਿਹੜੇ ਪਟਿਆਲੇ ਹਸਪੀਟਲ ਦੇ ਵਿੱਚ ਆ, ਅੰਮ੍ਰਿਤਸਰ ਹਸਪੀਟਲ ਦੇ ਵਿੱਚ ਵੀ ਜਿਹੜੀ ਆ ਉਹ ਬਾਈ ਵੇਲੇ ਗੁੰਡਾਗਰਦੀ ਜਿਹੜੀ ਹੈਗੇ ਜਾਂ ਹੁੱਲੜਬਾਜ਼ੀ ਲੱਪਾਂ ਦੇ ਕਾਰਨ ਮਰੀਜ਼ ਦੀ ਕੰਡੀਸ਼ਨ ਪਹਿਲਾਂ ਹੀ ਬਹੁਤ ਜਿਹੜੀ ਖਰਾਬ ਹੋਈ ਹੁੰਦੀ ਆ, ਤਾਂ ਉਹਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ। ਆਪਣੇ ਕਿੰਨੀ ਲੇਅਰ ਦੇ ਜਿਹੜੇ ਹਸਪੀਟਲ ਹੈਗੇ ਆ, ਜਿੱਦਾਂ ਫਸਟ ਵਾ, ਸੈਕੰਡ, ਥਰਡ ਜਾਂ ਫੋਰਥ, ਕਿੰਨੀ ਲੇਅਰ ਤੱਕ ਪੇਸ਼ੈਂਟ ਜਿਹੜਾ ਲੈਵਲ ਲੈਵਲ ਬੰਗੇ ਦੇ ਵਿੱਚ ਲੈਵਲ ਬੰਗਾ ਦੇ ਵਿੱਚ ਤਾਂ ਲੈਵਲ 2 ਤੱਕ ਢਾਹਾਂ ਕਲੇਰਾਂ ਲੈਵਲ 2 ਆ। ਜਿਹੜਾ ਡਿਸਟ੍ਰਿਕਟ ਹਸਪੀਟਲ ਆ ਨਵਾਂ ਸ਼ਹਿਰ ਉਹ ਲੈਵਲ 2। ਫਿਰ ਮੈਡੀਕਲ ਐਸੋਸੀਏਸ਼ਨ ਨੂੰ ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਪਈ ਜਿਸ ਵੇਲੇ ਆਪਣੇ ਲੈਵਲ 3 ਤੱਕ ਹਸਪੀਟਲ ਹੀ ਹੈ ਨਹੀਂ? ਨਹੀਂ, ਇਹ ਤਾਂ ਅਸੀਂ ਓਵਰਆਲ ਜਿਹੜੇ ਆ ਸਾਡੇ ਦੇਸ਼ ਦੇ ਵਿੱਚ ਲਗਭਗ 750 ਜਿਹੜਾ ਡਾਕਟਰ ਆ ਉਹ ਆਪਣੀ ਜਿਹੜੇ ਹੈਗੇ ਆ ਜਾਨ ਗਵਾ ਚੁੱਕਾ ਹੈ। ਇਸ ਕਸਬੇ ਦਾ ਵੀ ਇੱਕ ਡਾਕਟਰ ਰਾਜਨ, ਇੱਕ ਯੰਗ ਡਾਕਟਰ ਅਸੀਂ ਆਪਣੇ ਹੱਥਾਂ ਜਿਹੜਾ ਖੋ ਚੁੱਕੇ ਆ। ਸਰਜੀਕਲ ਸਪੈਸ਼ਲਿਸਟ ਸੀ, ਉਹ ਕੋਵਿਡ ਵਾਰਡ ਦੇ ਵਿੱਚ ਕੰਮ ਕਰਦਾ, ਉਹ ਕਰੋਨਾ ਤੋਂ ਪ੍ਰਭਾਵਿਤ ਹੋਇਆ। ਅਸੀਂ ਇਕੱਲੇ ਇਸ ਲੈਵਲ 'ਤੇ ਨਹੀਂ, ਅਸੀਂ ਸਾਰੇ ਦੇਸ਼ ਦੇ ਜਿਹੜਾ ਆਪਣੇ ਦੇਸ਼ ਦੇ ਲੈਵਲ ਤੱਕ ਇਹ ਜਿਹੜੇ ਕਿ ਆਪਣਾ ਇਹ ਮੁੱਦਾ ਚੁੱਕਦੇ ਹਾਂ ਕਿ ਅੱਜ ਦੇਸ਼ ਦੇ ਹਰੇਕ ਹਿੱਸੇ ਦੇ ਵਿੱਚ ਜਿਹੜੇ ਹੈਗੇ ਆ ਡਾਕਟਰਾਂ ਦੇ ਉੱਤੇ ਅਤਿਆਚਾਰ ਹੋ ਰਿਹਾ, ਡੈਥ ਹੁੰਦੀ ਆ। ਡਾਕਟਰ ਆਪਣਾ ਸਾਰਾ ਵਾਹ ਲਾਉਂਦਾ ਮਰੀਜ਼ ਨੂੰ ਬਚਾਉਣ ਦੀ ਖਾਤਰ ਵੀ ਹਰੇਕ ਡਾਕਟਰ ਚਾਹੇ ਉਹ ਕਿਸੇ ਵੀ ਸੁਭਾਅ ਦਾ ਹੈ, ਪਰ ਉਹ ਆਪਣੇ ਮਰੀਜ਼ ਨੂੰ ਤੰਦਰੁਸਤ ਹੋਇਆ ਦੇਖਣਾ ਚਾਹੁੰਦਾ ਹੈ। ਜੀ ਡਾਕਟਰ ਰਾਜਨ ਜੀ ਜੋ ਬਤੌਰ ਮੈਡੀਕਲ ਅਫਸਰ ਸਿਵਲ ਹਸਪਤਾਲ ਬੰਗਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਸੀਨੀਅਰ ਰੈਜ਼ੀਡੈਂਸੀ ਸਰਜਰੀ ਦੇ ਵਿੱਚ ਗੌਰਮੈਂਟ ਮੈਡੀਕਲ ਕਾਲਜ ਐਂਡ ਹਸਪਤਾਲ ਪਟਿਆਲਾ ਵਿਖੇ ਉਹ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਅਤੇ ਉਹਨਾਂ ਦੀ ਜਿਹੜੀ ਡਿਊਟੀ ਵੀ ਹੈਗੀ ਆ ਜਿਹੜੀ ਆਈਸੋਲੇਸ਼ਨ ਵਾਰਡ ਦੇ ਵਿੱਚ ਲੱਗੀ ਹੋਈ ਸੀ, ਤਾਂ ਉਹ
ਮਰੀਜ਼ਾਂ ਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਜਿਹੜਾ ਹੈਗਾ ਕਰੋਨਾ ਤੋਂ ਪ੍ਰਭਾਵਿਤ ਹੋ ਗਏ ਤੇ ਉਹ 20-22 ਦਿਨ ਦੀ ਜਿਹੜੀ ਜੱਦੋਜਹਿਦ ਤੋਂ ਬਾਅਦ ਇਸ ਦੁਨੀਆ ਨੂੰ ਜਿਹੜਾ ਹੈਗਾ ਉਹ ਛੱਡ ਗਏ। ਇਸੇ ਤਰ੍ਹਾਂ ਸਾਰੇ ਦੇਸ਼ ਦੇ ਵਿੱਚ 750 ਡਾਕਟਰ ਜਿਹੜਾ ਹੈ ਉਹ ਇਸ ਕਰੋਨਾ ਦੀ ਭੇਟ ਜਿਹੜਾ ਚੜ੍ਹ ਚੁੱਕਾ ਹੈ। ਅਸੀਂ ਆਮ ਜਨਤਾ ਨੂੰ ਵੀ ਜਿਹੜਾ ਹੈਗਾ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਇਸ ਕਰੋਨਾ ਵਰਗੀ ਬਿਮਾਰੀ ਤੋਂ ਤਾਂ ਹੀ ਬਚਿਆ ਜਾ ਸਕਦਾ ਜੇ ਸਾਰੇ ਲੋਕ, ਸਾਰੀ ਪਬਲਿਕ ਆਪਣੀ ਕਰੋਨਾ ਦੀ ਵੈਕਸੀਨੇਸ਼ਨ ਕਰਾਉਣ, ਤਾਂ ਹੀ ਅਸੀਂ ਇਸ ਬਿਮਾਰੀ ਤੋਂ ਜਿਹੜਾ ਹੈਗਾ ਉਹ ਬਚ ਸਕਦੇ ਹਾਂ, ਤਾਂ ਅਸੀਂ ਆਪਣੀਆਂ ਕੀਮਤੀ ਜਾਨਾਂ ਜਿਹੜੀਆਂ ਹੈਗੀਆਂ ਉਹ ਬਚਾ ਸਕਦੇ ਹਾਂ। और मेन पॉइंट है वो डिमांड भी हो गई हैं कि मुझे वैसे ਆਪਾਂ ਜਿਹੜੀ ਸਲੋਗਨ ਹੈ ਨਾ ਸੇਵ ਦਾ ਸੇਵੀਅਰ ਜਿਹੜੀ ਹੈ ਇਹ ਜ਼ਰੂਰ ਬੋਲਦੇ ਇੱਕ ਵਾਰੀ ਕਿ Respected doctors and my dear friends from press. After that, all our statement from my senior doctors. In the end, ਅਸੀਂ ਆਮ ਪਬਲਿਕ ਨੂੰ ਜਿਹੜੀ ਸਾਡੀ ਪਬਲਿਕ ਹੈਗੀ ਆ, ਜਿਹੜੀ ਸਾਡੇ ਆਪਣੇ ਕਰੋਨਾ ਦੇ ਟਾਈਮ ਤੇ ਜਾਂ ਐਜ਼ ਏ ਜਨਰਲ ਕਿਸੇ ਵੀ ਮੈਡੀਸਨ ਦੇ ਲਈ ਡਾਕਟਰਸ ਦੇ ਕੋਲ ਆਉਂਦੇ ਹੈਗੇ ਆਪਣਾ ਇਲਾਜ ਕਰਵਾਉਣ ਦੇ ਲਈ, ਅਸੀਂ ਉਹਨਾਂ ਨੂੰ ਇਹੀ ਰਿਕੁਐਸਟ ਆਪਣੇ ਵੱਲੋਂ ਕਰਨਾ ਚਾਹੁੰਦੇ ਹੈਗੇ ਆ ਕਿ ਕਰੋਨਾ ਵਰਗੀ ਭਿਆਨਕ ਬਿਮਾਰੀ ਦੇ ਟਾਈਮ ਤੇ ਜਦੋਂ ਇੱਕ ਪਰਸਨ ਦੇ, ਇੱਕ ਬਿਮਾਰ ਜਿਹੜਾ ਪਰਸਨ ਹੈਗਾ ਉਹਦੇ ਫੈਮਿਲੀ ਮੈਂਬਰਸ ਵੀ ਉਹਦਾ ਸਾਥ ਛੱਡ ਰਹੇ ਨੇ, ਇਸ ਟਾਈਮ ਦੇ ਵਿੱਚ ਇੱਕ ਡਾਕਟਰ ਸੀ ਆ ਜਿਹੜਾ ਕਿ ਉਹ ਮਰੀਜ਼ ਦੇ ਲਾਗੇ ਜਾਂਦਾ। ਮਰੀਜ਼ ਦੇ ਲਾਗੇ ਡਾਕਟਰ ਕਿਉਂ ਜਾ ਰਿਹਾ ਹੈਗਾ? ਉਹਦੀ ਲਾਈਫ ਸੇਵ ਕਰਨ ਲਈ ਜਾ ਰਿਹਾ ਹੈਗਾ। ਤੇ ਜੇਕਰ ਕਿਸੇ ਕਾਰਨ ਵੀ ਉਹ ਮਰੀਜ਼ ਦੀ ਮੌਤ ਹੋ ਜਾਂਦੀ ਆ ਤਾਂ ਕਿਉਂ ਉਸ ਡਾਕਟਰ ਨੂੰ ਮਾਰਿਆ ਕੁੱਟਿਆ ਜਾਂਦਾ? ਜੇਕਰ ਇੱਕ ਪੇਸ਼ੈਂਟ ਦਾ ਸੇਵੀਅਰ ਹੀ ਮਰ ਜਾਏਗਾ, ਜਿਹੜਾ ਉਹਦੀ ਲਾਈਫ ਬਚਾਉਣੇ ਵਾਲਾ ਹੀ ਉਹਨੂੰ ਸੀਰੀਅਸ ਇੰਜਰੀ ਦੇ ਨਾਲ ਉਹ ਡੈਮੇਜ ਹੋ ਜਾਏਗਾ ਜਾਂ ਉਹਦੀ ਜਾਨ ਨੂੰ ਕੋਈ ਖਤਰਾ ਹੁੰਦਾ, ਤਾਂ ਮਰੀਜ਼ ਨੂੰ ਕੌਣ ਬਚਾਏਗਾ? ਸੋ ਵੀ end our meeting with the slogan of save the savior. ਸੋ ਅਸੀਂ ਪਬਲਿਕ ਨੂੰ ਵੀ ਰਿਕੁਐਸਟ ਕਰਦੇ ਹੈਗੇ ਹਾਂ ਕਿ ਤੁਹਾਡੀਆਂ ਜਾਨਾਂ ਵੀ ਤਾਂ ਹੀ ਬਚ ਸਕਦੀਆਂ। ਆਉਣ ਵਾਲੇ ਟਾਈਮ 'ਚ ਪਤਾ ਨਹੀਂ ਕਿੱਦਾਂ ਦੀਆਂ ਬਿਮਾਰੀਆਂ ਹੋਰ ਕਰੋਨਾ ਵਰਗੀਆਂ ਆ ਸਕਦੀਆਂ ਹੈਗੀਆਂ, ਜਿੱਦਾਂ ਦੇ ਸਾਡੀ ਹਾਲਾਤ ਬਣ ਰਹੇ ਕਿ ਸਾਡਾ এনवायरमेंट ਚੇਂਜ ਹੋ ਰਿਹਾ, ਵੈਦਰਸ ਚੇਂਜ ਹੋ ਰਹੀਆਂ ਹੈਗੀਆਂ। ਸੋ ਵੀ ਆਰ ਰਿਕੁਐਸਟਿੰਗ ਓਵਰ ਪੀਪਲਸ ਆਫ ਇੰਡੀਆ, ਪੀਪਲਸ ਆਫ ਆਵਰ ਕੰਟਰੀ, ਸੇਵ ਦਾ ਸੇਵੀਅਰਸ। ਤੁਸੀਂ ਤਾਂ ਹੀ ਬਚ ਸਕਦੇ ਹੋ ਜੇਕਰ ਤੁਸੀਂ ਆਪਣੇ ਸੇਵੀਅਰ ਨੂੰ ਬਚਾ ਸਕਦੇ ਹੋ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।